ਇਹਨੂੰ ਲਾਹਣਤੀ ਨੂੰ ਸ਼ਰਮ ਨਹੀਂ ਆਉਂਦੀ। ਕਈ ਹਿੰਦੂ ਭਰਾਵਾਂ ਨੇ ਵੀ ਇਹਨੂੰ ਲਾਹਣਤਾਂ ਪਾਈਆਂ। ਤਾਂ ਮੈਂ ਪੁੱਛਣਾ ਚਾਹੁੰਦਾ ਵੀ ਸਰਕਾਰ ਜੀ, ਇਹਨਾਂ ਨੂੰ ਗੰਦੇ ਬੰਦਿਆਂ ਨੂੰ ਤੁਸੀਂ ਸਿਕਿਉਰਿਟੀ ਤਾਂ ਦਿੰਦੇ ਆ ਵੀ ਇਹ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸ਼ਿਵ ਸੈਨਾ ਦੀ ਸੂਰੀ ਜਦੋਂ ਵੀ ਚੀਖਦੀ ਹੈ, ਗੰਦ ਹੀ ਭੌਂਕਦੀ ਹੈ, ਇਹ ਤਾਂ ਦੁਨੀਆ ਜਾਣਦੀ ਹੈ। ਪਰ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇੱਕੋ ਹੀ ਸਵਾਲ ਉੱਠਦਾ ਹੈ ਕਿ ਇਹ ਸੂਰੀ ਜਦੋਂ ਵੀ ਭੌਂਕਦੀ ਹੈ ਤਾਂ ਆਖਿਰ ਸਰਕਾਰਾਂ ਕਿਉਂ ਚੁੱਪ ਕਰਕੇ ਤਮਾਸ਼ਾ ਵੇਖਦੀਆਂ ਨੇ, ਜਦਕਿ ਸਰਕਾਰਾਂ ਬਾਖੂਬ ਜਾਣਦੀਆਂ ਨੇ ਕਿ ਬੇਮਤਲਬ ਇਸ ਵੱਲੋਂ ਬਕਵਾਸ ਕੀਤੀ ਜਾਂਦੀ ਹੈ। ਸਮੇਂ-ਸਮੇਂ ਸਿਰ ਬੇਮਤਲਬ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਸ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਫਿਰ ਵੀ ਇਸ ਦੇ ਉੱਤੇ ਕਦੇ ਕੋਈ ਸਖਤ ਕਰੜੀ ਕਾਰਵਾਈ ਨਹੀਂ ਹੋਈ। ਤੇ ਹੁਣ ਤਾਂ ਸਿੱਖ ਵੀਰਾਂ ਤੋਂ ਲੈ ਕੇ ਹਿੰਦੂ ਵੀਰ ਤੱਕ ਆਪ ਇਹ ਗੱਲ ਕਹਿੰਦੇ ਨੇ ਕਿ ਇਹ ਇਨਸਾਨ ਸਾਨੂੰ ਕਿਸੇ ਪਾਸਿਓਂ ਹਿੰਦੂ ਵੀ ਨਹੀਂ ਲੱਗਦਾ, ਕਿਉਂਕਿ ਸੱਚਾ ਹਿੰਦੂ ਕਦੇ ਕਿਸੇ ਦੀ ਧੀ ਭੈਣ ਬਾਰੇ ਮਾੜਾ ਨਹੀਂ ਕਹਿ ਸਕਦਾ। ਆਖਿਰ ਇਸ ਸਾਰੇ ਮਸਲੇ ਦੇ ਉੱਤੇ ਕੀ ਕਹਿ ਰਹੇ ਨੇ ਭਾਈ ਮਨਿੰਦਰ ਸਿੰਘ ਜੀ ਹਰਰਾਏਪੁਰ ਵਾਲੇ, ਆਓ ਮਾਰਦੇ ਹਾਂ ਇੱਕ ਨਜ਼ਰ। ਬੇਨਤੀ ਕਰਨੀ ਹੈ ਜੀ, ਜਿਹੜਾ ਤੁਸੀਂ ਦੇਖਿਆ ਹੀ ਆ ਸੋਸ਼ਲ ਮੀਡੀਆ ਦੇ ਉੱਤੇ ਸੁਧੀਰ ਸੂਰੀ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਆਗੂ ਕਹਿੰਦਾ ਹੈ ਅੰਮ੍ਰਿਤਸਰ ਸਾਹਿਬ ਤੋਂ, ਤੇ ਰਾਤੀ ਉਹਦੇ ਤੇ ਮੈਂ ਸਿੰਘਾਂ ਦੀ ਪੋਸਟ ਹੁਣ ਦੇਖਦਾ ਸੀ, ਪਰਚਾ ਵੀ ਪੁਲਿਸ ਨੇ ਕਰ ਦਿੱਤਾ। ਉਹਨੇ ਇੱਕ ਦਿਨ ਲਾਈਵ ਹੋ ਕੇ ਆਪਣੇ ਫੇਸਬੁੱਕ ਤੋਂ ਤੇ ਸਿੱਖ ਬੀਬੀਆਂ ਬਾਰੇ ਭੱਦੀ ਸ਼ਬਦਾਵਲੀ ਬੋਲੀ। ਜਥੇਬੰਦੀਆਂ ਨੇ ਵਿਰੋਧ ਕੀਤਾ, ਦੇਸ਼ਾਂ ਵਿਦੇਸ਼ਾਂ 'ਚੋਂ ਵਿਰੋਧ ਕੀਤਾ। ਇਹਨੂੰ ਲਾਹਣਤੀ ਨੂੰ ਸ਼ਰਮ ਨਹੀਂ ਆਉਂਦੀ। ਕਈ ਹਿੰਦੂ ਭਰਾਵਾਂ ਨੇ ਵੀ ਇਹਨੂੰ ਲਾਹਣਤਾਂ ਪਾਈਆਂ। ਤਾਂ ਮੈਂ ਪੁੱਛਣਾ ਚਾਹੁੰਦਾ ਵੀ ਸਰਕਾਰ ਜੀ, ਇਹਨਾਂ ਨੂੰ ਗੰਦੇ ਬੰਦਿਆਂ ਨੂੰ ਤੁਸੀਂ ਸਿਕਿਉਰਿਟੀ ਤਾਂ ਦਿੰਦੇ ਆ ਵੀ ਇਹ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢਣ। ਇਹਨਾਂ ਗੰਦੇ ਲੋਕਾਂ ਦੀ ਰਾਖੀ ਕਾਹਤੇ ਕਰਦੇ ਆ ਤੁਸੀਂ ਵੀ ਇਹ ਲੋਕਾਂ ਨੂੰ ਗਾਲਾਂ ਕੱਢਣ? 25-25 20-20 ਬੰਦੇ ਤੁਸੀਂ ਇਹਨਾਂ ਨੂੰ ਗਨਮੈਨ ਦਿੱਤੇ ਹੋਏ ਆ ਸਰਕਾਰ ਨੇ, ਜਿਨ੍ਹਾਂ ਦਾ ਖਰਚਾ ਸਰਕਾਰ ਚੱਕਦੀ ਆ, ਤੇ ਇਹ ਉਸੇ ਹੰਕਾਰ ਦੇ ਵਿੱਚ ਧੀਆਂ ਭੈਣਾਂ ਨੂੰ ਗਲਤ ਬਕਵਾਸ ਕਰਨ, ਇਸ ਕਰਕੇ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਆ ਤੁਸੀਂ। ਜਿਨ੍ਹਾਂ ਦੀ ਜ਼ਮੀਰ ਜਾਗਦੀ ਆ, ਜਿਹੜੇ ਹਿੰਦੂ ਭਰਾਵਾਂ ਨੂੰ ਪਤਾ ਆ ਕਿ ਸਿੱਖ ਧਰਮ ਦਾ ਬਲਿਦਾਨ ਕੀ ਆ, ਉਹਨਾਂ ਦਾ ਧਰਮ ਬਚਾਉਣ ਵਾਸਤੇ ਉਹਨਾਂ ਨੇ ਪਾਈਆਂ ਨਾ ਲਾਹਣਤਾਂ ਇਹਨਾਂ ਨੂੰ। ਤੇ ਮੈਂ ਤਾਂ ਇਹਨਾਂ ਨੂੰ ਅਸਲੀ ਹਿੰਦੂ ਵੀ ਨਹੀਂ ਮੰਨਦਾ। ਇੱਦਾਂ ਦੇ ਜਿਹੜੇ ਬੇਤੁਕੇ ਜਿਹੇ ਲੋਕ ਆ, ਬੇਸੁਆਦੇ ਜਿਹੇ, ਜਿਹੜੇ ਨਾ ਸ਼ਕਲ ਨਾ ਅਕਲ ਨਾ ਤਿੰਨਾਂ ਚੋਂ ਨਾ 13 ਚੋਂ। ਤੇ ਸ਼ਿਵ ਸੈਨਾ ਵਾਲੇ ਜਿਹੜੇ ਬਾਕੀ ਆ, ਮੇਨ ਜਿਹੜੀ ਇਹ ਸੰਸਥਾ ਚੱਲਦੀ ਆ ਸ਼ਿਵ ਸੈਨਾ ਦੀ, ਇਹ 2-3 ਕੁ ਜਾਣੇ ਹੀ ਆ ਜਿਹੜੇ ਪੰਜਾਬ ਦਾ ਮਾਹੌਲ ਬਾਰ-ਬਾਰ ਬਿਆਨ ਦੇ ਦੇ ਕੇ ਤਾਂ ਖਰਾਬ ਕਰਦੇ ਆ, ਤੇ ਅੱਗੇ ਫਿਰ ਮਾਫੀਆਂ ਮੰਗਣ ਲੱਗ ਜਾਂਦੇ। ਜੇ ਤੁਹਾਡੀ ਕਿਸੇ ਨਾਲ ਨਿੱਜੀ ਗੱਲ ਆ, ਤੁਸੀਂ ਉਸ ਬੰਦੇ ਨੂੰ ਨਿੱਜੀ ਕਹੋ। ਤੁਹਾਡਾ ਬੀਬੀਆਂ ਭੈਣਾਂ ਮਾਤਾਵਾਂ ਦੇ ਲਈ ਬਕਵਾਸ ਕਰਨ ਦਾ ਕੀ ਮਤਲਬ ਹੋਇਆ? ਭੈਣਾਂ ਧੀ ਭੈਣ ਕਿਸੇ ਦੀ ਵੀ ਹੋਵੇ, ਸਾਰੀਆਂ ਸਤਿਕਾਰਯੋਗ ਹੁੰਦੀਆਂ। ਤੇ ਤੁਸੀਂ ਆਪਣੇ ਆਪ 15-20 ਗਨਮੈਨ ਜਿਹੜੇ ਤੁਹਾਨੂੰ ਸਰਕਾਰਾਂ ਨੇ ਦਿੱਤੇ ਆ, ਸੂਰੀ ਵਰਗਿਆਂ ਨੂੰ, ਇਹਨਾਂ ਨੂੰ ਆਹ ਗੰਦ ਪਾਉਣ ਵਾਸਤੇ ਸਰਕਾਰ ਨੇ ਸਿਕਿਉਰਿਟੀ ਦਿੱਤੀ ਹੋਈ ਆ। ਛੱਡੋ ਤਾਂ ਇਹਨਾਂ ਨੂੰ ਇਕੱਲੇ। ਕੋਈ ਸਿੱਖ, ਕੋਈ ਨੌਜਵਾਨ ਵੀਰ ਕੋਈ ਗੱਲ ਕਰ ਦੇਵੇ ਤਾਂ ਫਿਰ ਤੁਹਾਡੇ ਅੱਗ ਲੱਗ ਜਾਂਦੀ ਆ, ਸਾਰੇ ਵਿੱਚੇ ਸਾਰੇ ਸਰਕਾਰ ਨੂੰ, ਸਭ ਨੂੰ। ਇਹ ਜੋ ਮਰਜ਼ੀ ਬਕਵਾਸ ਕਰੀ ਜਾਣ, ਤੁਸੀਂ ਇਹਨਾਂ ਨੂੰ ਸਿਕਿਉਰਿਟੀ। ਨਾਲੇ ਇਹ ਤਾਂ ਪੱਕਾ ਨਾ, ਜਿਹੜੀ ਅਸਲੀ ਸ਼ਿਵ ਸੈਨਾ ਵਾਲੇ ਭਰਾ ਦੀ ਇੱਕ ਦਿਨ ਮੈਂ ਸੁਣਦਾ ਸੀਗਾ ਇੰਟਰਵਿਊ, ਉਹ ਕਹਿੰਦਾ ਜੀ ਇਹ ਤਾਂ ਮਾਹੌਲ ਖਰਾਬ ਕਰਦੇ ਆ ਸ਼ਿਵ ਸੈਨਾ, ਇੱਦਾਂ ਦੀ ਕੋਈ ਬੋਲੀ ਨਹੀਂ ਬੋਲਦੀ ਜਿਹੜੀ ਅਸਲੀ ਸ਼ਿਵ ਸੈਨਾ, ਸਾਨੂੰ ਮਤਲਬ ਹੀ ਨਹੀਂ। ਇੱਕ ਇਹ ਸੂਰੀ, ਇੱਕ ਨਿਸ਼ਾਂਤ ਸ਼ਰਮਾ, ਜੇ ਤੇ ਉਹ ਵੀਡੀਓ 'ਚ ਹੀ ਬੰਦਾ ਦੱਸਦਾ ਸੀ ਵੀ 73-74 ਪਰਚੇ ਉਹਦੇ ਤੇ ਠੱਗੀ ਦੇ ਦਰਜ ਆ। ਉਹਨਾਂ ਨੂੰ ਫੇਰ ਵੀ 25-25 ਬੋਡੀਗਾਰਡ ਦੇ ਕੇ ਤਾਂ ਤੁਸੀਂ ਸਲਾਮਤ ਰੱਖਿਆ ਹੋਇਆ ਵੀ ਲੋਕਾਂ ਨੂੰ ਡਰਾਉਣ ਵਾਸਤੇ।
ਡੁੱਬ ਕੇ ਕਾਹਤੇ ਨਹੀਂ ਮਰ ਜਾਂਦੇ ਇਦਾਂ ਦੇ ਲੋਕ, ਆਪਣੇ ਆਪ ਨੂੰ ਧਰਮੀ ਕਹਿਣ ਵਾਲੇ, ਆਪਣੇ ਆਪ ਨੂੰ ਆਗੂ ਕਹਿਣ ਵਾਲੇ। ਤੁਹਾਡੀਆਂ ਬੋਲੀਆਂ ਇਦਾਂ ਦੀਆਂ ਹੁੰਦੀਆਂ ਜਿਹੜਾ ਬੰਦਾ ਆਗੂ ਹੋਵੇ। ਆਗੂਆਂ ਵਾਲੀ ਤੁਹਾਡੇ 'ਚ ਕਿਹੜੀ ਗੱਲ ਆ ਓਏ? ਸਿੰਘਾਂ ਨੇ ਧੀਆਂ ਭੈਣਾਂ ਮੁਗਲਾਂ ਕੋਲੋਂ ਛਡਾਈਆਂ ਤੇ ਤੁਸੀਂ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਬਕਵਾਸ ਕਰੋਗੇ। ਬਕਵਾਸ ਮਾਰਦਾ ਬੈਠਾ ਪਾ ਕੇ ਗਲ 'ਚ ਮਾਲਾ। ਤੁਸੀਂ ਤਾਂ ਧਰਮ ਨੂੰ ਵੀ ਬਦਨਾਮ ਕੀਤਾ ਆ। ਐਡੀ ਇਹ ਸ਼ੇਰ ਆ ਤਾਂ ਇਹਨੂੰ ਛੱਡੋ। ਲਲਕਾਰਿਆ ਬਾਹਰ ਆ ਕੇ ਮਾਰੇ ਫਿਰ ਲਲਕਾਰਾ। ਇੱਕ ਵਾਰੀ ਸਰਕਾਰ ਵੀ ਛੱਡ ਕੇ ਦੇਖ ਲਵੇ। ਉਹ ਪਤਾ ਹੀ ਹੈ ਜੀ ਸੁਖਵਿੰਦਰ ਸਿੰਘ ਜੀ, ਗੱਲ ਇਹ ਆ, ਬਣਾਏ ਵੀ ਤਾਂ ਆਪਾਂ ਹੀ ਤਾਂ ਵੀ ਆਪਾਂ ਪਾਈਆਂ। ਤੁਹਾਡਾ ਤੇਲ ਪ੍ਰਾਈਵੇਟ, ਤੁਹਾਡੀ ਬਿਜਲੀ ਪ੍ਰਾਈਵੇਟ, ਤੁਹਾਡਾ ਮੰਡੀਆਂ ਤੁਹਾਡੀਆਂ ਬੰਦ ਹੋ ਚੱਲੀਆਂ। ਮਹਿੰਗਾਈ ਉਦਾਂ ਹੀ ਰੌਲਾ ਪਾਈ ਜਾਂਦੇ। ਅਸੀਂ ਵੋਟਾਂ ਲੈਣ ਨੂੰ ਪਾਈਆਂ ਵੀ ਆਪਾਂ ਹੀ ਆ। ਚੁੱਪ ਕਰਕੇ ਘਰਾਂ 'ਚ ਬਹਿ ਜਾਣਾ। ਵੋਟ ਪਾਉਣਾ ਹੀ ਕਾਹਤੋਂ? ਮਹਿੰਗਾਈ ਉਦੋਂ ਹੁੰਦੀ ਹੈ ਜਦੋਂ ਸਾਡੇ ਬੱਸੋਂ ਬਾਹਰ ਗੱਲ ਹੋ ਜਾਏ। ਮੇਰੇ ਸਮੇਤ ਆਪਾਂ ਸਾਰੇ ਤੇਲ ਨਹੀਂ ਪਾਉਂਦੇ ਗੱਡੀਆਂ 'ਚ 74-75 ਰੁਪਈਏ। ਫਿਰ ਕਾਹਦੀ ਮਹਿੰਗਾਈ ਹੈ? ਇਹ ਮਹਿੰਗਾਈ ਹੈ? ਮਹਿੰਗਾਈ ਉਹ ਹੁੰਦੀ ਜਿਹੜੀ ਬੱਸੋਂ ਬਾਹਰ ਹੋਵੇ। ਸਾਡਾ ਏਕਾ ਕਦੇ ਨਹੀਂ ਹੋਣਾ। ਇਹ ਤਾਂ ਗੱਲ ਲਿਖ ਲਓ ਤੁਸੀਂ ਸਾਰੇ ਜਾਣੇ। ਆਪ ਹੀ ਪਹਿਲਾਂ ਅਸੀਂ ਸਾਰੇ ਵੋਟਾਂ ਪਾ ਕੇ ਆਪ ਹੀ ਬਣਾਉਣੇ ਤੇ ਫਿਰ ਜੁੱਤੀਆਂ ਖਾਓ ਜੀ 5 ਸਾਲ। ਫਿਰ ਇਹੀ ਹੈ। ਕੋਈ ਨਹੀਂ ਕਿਸੇ ਨੂੰ ਮਾੜਾ ਕਹਿ ਸਕਦਾ ਸਰਕਾਰਾਂ ਨੂੰ। ਕਿਉਂ? ਕਿਉਂਕਿ ਬਣਾਏ ਆਪਾਂ ਆ। ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਬਣੂ ਪੰਜਾਬ ਦੇ ਲੋਕ ਬਣਾਉਣਗੇ। ਦਿੱਲੀ ਵਾਲੇ ਆ ਕੇ ਤਾਂ ਨਹੀਂ ਵੋਟਾਂ ਪਾ ਕੇ ਜਾਣਗੇ। ਮੰਡੀਆਂ ਤੁਹਾਡੀਆਂ ਬੰਦ ਹੋ ਜਾਣੀਆਂ, ਕੋਈ ਬੋਲਦਾ? ਬਿਜਲੀ ਤੁਹਾਡੀ ਮਹਿੰਗੀ 10 ਰੁਪਏ ਦੇ ਲਾਗੇ, ਕੋਈ ਬੋਲਦਾ ਹੈ? ਤੇਲ ਤੁਹਾਡਾ ਮਹਿੰਗਾ, ਕੋਈ ਬੋਲਦਾ ਹੈ? ਸਬਜ਼ੀਆਂ ਤੁਹਾਡੀਆਂ ਮਹਿੰਗੀਆਂ, ਬੋਲਦਾ ਕੋਈ? ਫਿਰ ਜਦ ਅਸੀਂ ਕਹਿੰਦੇ ਆ ਬੈਲ ਮੁਝੇ ਮਾਰ, ਫਿਰ ਹੁਣ ਡਰਨਾ ਕਾਹਦਾ? ਹੁਣ ਜੁੱਤੀਆਂ ਖਾਣੀਆਂ ਤੇ ਖਾਓ ਸਾਰੇ ਪਾਸਿਓਂ ਅਟੈਕ। ਮੇਰਾ ਜੀ ਹੱਥ ਮਿਲ ਗਿਆ ਕਿਸੇ ਮਿਨਿਸਟਰ ਨਾਲ। ਮੈਂ ਹੁਣ ਇਹ ਫੋਟੋ ਕਹੂੰਗਾ ਲੋਕ ਬੜੀ ਪਹੁੰਚ ਹੈ, ਬੜੀ ਪਹੁੰਚ। ਬਸ ਆਹ ਚੀਜ਼ ਨੇ ਸਾਨੂੰ ਮਾਰ ਲਿਆ। ਬਸ ਇਦੋਂ ਜ਼ਿਆਦਾ ਸਾਡੇ ਮਨ 'ਚ ਹੈ ਹੀ ਕੁਝ ਨਹੀਂ। ਤਾਂ ਹੀ ਆ ਸੂਰੀ ਵਰਗੇ ਬਕਵਾਸ ਕਰਦੇ ਆ। ਰਾਤੀ ਸਿੰਘਾਂ ਨੇ ਕਿਹਾ ਵੀ ਪਰਚਾ ਹੋ ਗਿਆ ਉਹਦੇ ਤੇ। ਧੰਨਵਾਦ ਸਿੰਘਾਂ ਦਾ। ਜੇ ਨਹੀਂ ਕੱਲ ਦਾ SSP ਦਫ਼ਤਰ ਮੋਹਰੇ ਧਰਨਾ ਲਾਇਆ ਸੀ ਅੰਮ੍ਰਿਤਸਰ ਸਾਹਿਬ। ਇੱਥੇ ਵੋਟਾਂ ਸਾਡੀਆਂ ਰਹਿਣੀਆਂ ਚਾਹੀਦੀਆਂ ਜੀ। ਜੇ ਸਿੱਖ ਪਰਚਾ ਮੇਰੀ ਬੇਨਤੀ ਆ ਕੈਪਟਨ ਸਾਹਿਬ ਕਿ ਜਿਹੜੇ ਬੰਦੇ ਤੁਹਾਡੇ ਪੰਜਾਬ ਦੇ ਵਿੱਚ ਕਦੇ ਕਹਿੰਦੇ 2% ਆ ਸਾਰੇ ਰਗੜ ਦਿਆਂਗੇ, ਹੁਣ ਕਹਿਤਾ ਸਿੱਖ ਬੀਬੀਆਂ ਦੇ ਜਿਹੜੇ ਵੀਰ ਆ ਜਿਹੜੇ ਸਾਡੇ ਉਹ ਵਿਦੇਸ਼ਾਂ 'ਚ ਕਮਾਈ ਕਰਦੇ ਆ ਤੇ ਮਗਰ ਉਹਨਾਂ ਦੀਆਂ ਬੀਬੀਆਂ ਕੁਕਰਮ ਕਰਦੀਆਂ। ਆਹ ਬਕਵਾਸ ਹੁਣ ਮਾਰੀ ਆ। ਫੇਰ ਵੀ ਉਹਨੂੰ ਬੋਡੀਗਾਰਡ ਦਿੱਤੇ ਹੋਏ ਆ। ਮਨਜੀਤ ਸਿੰਘ ਜੀ ਇਦਾਂ ਹੀ ਕਹਿੰਦੇ ਹੁੰਦੇ, ਮੁੜ ਕੇ ਵੀ ਐਡਿਟ ਕਰਤੀ ਆ ਕਿਸੇ ਨੇ। ਆਵਾਜ਼ ਉਹਦੀ ਆ। ਦਵਿੰਦਰ ਸਿੰਘ ਜੀ
परसों ਉਹਨੇ ਬਕਵਾਸ ਮਾਰੀ ਆ ਸੂਰੀ ਨੇ, ਕਹਿੰਦਾ ਜਿਹੜੇ ਸਿੱਖ ਆਖੇ ਬਾਹਰ ਕਮਾਈਆਂ ਕਰਦੇ ਆ ਮਗਰ ਉਹਨਾਂ ਦੀਆਂ ਤੀਵੀਆਂ ਘਰ 'ਚ ਆ ਬੀਬੀਆਂ, ਤੇ ਤੁਸੀਂ ਜਿਹੜੀ ਕਮਾਈ ਕਰਕੇ ਇੱਥੇ ਭੇਜਦੇ ਹੋ ਉਸ ਕਮਾਈ ਨਾਲ ਉਹ ਬੀਬੀਆਂ ਕਹਿੰਦਾ ਕੁਕਰਮ ਕਰਦੀਆਂ ਇੱਥੇ ਹੋਰ ਬੰਦਿਆਂ ਨਾਲ। ਆ ਬਕਵਾਸ ਮਾਰਦਾ ਹੈ। ਇਹੀ ਗੱਲ ਆ ਸੁਖਵਿੰਦਰ ਸਿੰਘ ਜੀ, ਸਾਨੂੰ ਮਾਰ ਲਿਆ ਸਾਡਾ ਹੰਕਾਰ ਤੇ ਸਾਡਾ ਵੱਡਾਪਨ। ਤੇ ਮੈਂ ਦੱਸਾਂ ਤੁਹਾਨੂੰ ਸਾਰਿਆਂ ਨੂੰ ਵੀ ਸਾਡੀ ਏਕਾ ਸਾਡਾ ਕਿੰਨਾ ਗਿਆ। ਫਸਲਾਂ ਨਾ ਬੀਜੋ 1 ਸਾਲ 2 ਸਾਲ, ਘਰ ਜੋਗੀ ਬੀਜ ਲਓ, ਘਰ 'ਚ ਖਾ ਲਓ। ਕੀ ਨਹੀਂ ਜੰਮਦਾ ਖੇਤਾਂ 'ਚ? ਕਣਕ ਜੰਮਦੀ, ਚੌਲ ਜੰਮਦੇ, ਹਲਦੀ ਜੰਮਦੀ, ਦਾਲਾਂ ਜੰਮਦੀਆਂ, ਲਸਣ ਅਦਰਕ ਸਬਜ਼ੀਆਂ ਸਭ ਕੁਝ ਹੁੰਦਾ ਨਾ ਜ਼ਿਮੀਂਦਾਰ ਦੇ ਖੇਤ 'ਚ। ਘਰ ਜੋਗਾ ਬੀਜੋ, ਕਿਉਂ ਮੰਡੀਆਂ 'ਚ ਸਿੱਟਣਾ 2-4 ਸਾਲ? ਉਦਾਂ ਕੀ ਮਿਲਦਾ ਹੈ? ਇਹ ਬਹੁਤ ਵੱਡੀ ਗੱਲ ਆ। ਕਿਸੇ ਦੇ ਨਹੀਂ, ਕਿਸੇ ਨੇ ਨਹੀਂ ਏਕਾ ਕਰਨਾ। ਇੱਕ ਬੰਦਾ ਕੋਈ ਚੰਗੇ ਕੰਮ ਨੂੰ ਖਿੱਚਣਗੇ, ਕਿਉਂ? ਮੈਨੂੰ ਆ ਉਹਦਾ ਮਿਲ ਜੂ, ਮੈਨੂੰ ਉਹਦਾ ਮਿਲ ਜੂ। ਤੇ ਮੈਂ ਤਾਂ ਇਹ ਕਹਿਣਾ ਹੈ ਵੀ ਜੇ ਕੋਈ ਸਿੱਖ ਬੰਦਾ, ਕੋਈ ਗੁਰੂ ਕਾ ਪਿਆਰਾ ਕੋਈ ਗੱਲ ਕੋਈ ਵੀ ਕਰ ਦੇਵੇ ਸਿੱਖ, ਉਹਦੇ ਤੇ ਫਟਾਫਟ ਪਰਚਾ ਪਾ ਕੇ ਅੰਦਰ। ਇਹਨਾਂ ਨੇ ਧੀਆਂ ਭੈਣਾਂ ਨੂੰ ਟਾਰਗੇਟ ਕਰ ਦਿੱਤਾ, ਟਾਰਗੇਟ ਕਰਕੇ ਫਿਰ ਵੀ ਇਹਨਾਂ ਕੋ ਗਨਮੈਨ। ਠੱਗੀ ਦੇ ਇਹਨਾਂ ਤੇ ਪਰਚੇ ਚੱਲਦੇ ਆ, ਫਿਰ ਇਹਨਾਂ ਨੂੰ 25-25 ਬੋਡੀਗਾਰਡ ਕਾਹਦੇ ਬਈ? ਬਸ ਇਹੀ ਗੱਲ ਆ ਗੌਰਵਦੀਪ ਸਿੰਘ ਜੀ, ਇਹੀ ਕਾਰਨ ਆ ਨਾ। ਮੈਂ ਉਹੀ ਤਾਂ ਬੇਨਤੀ ਕਰਦਾ ਵੀ ਜੁੱਤੀਆਂ ਖਾਣੀਆਂ ਖਾਈ ਚੱਲੋ। ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਤਾਂ ਪਹਿਲਾਂ ਹੀ ਕਹਿ ਗਏ ਸੀ, ਉਹਨਾਂ ਦੀਆਂ ਸਪੀਚਾਂ ਸੁਣੋ YouTube ਤੇ, ਵੀ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੋਏ ਜੁੱਤੀਆਂ ਪੈਣਗੀਆਂ ਤੇ ਖਾਓਗੇ ਤੁਸੀਂ, ਤੇ ਖਾਈ ਚੱਲੋ। ਫਿਰ ਉਹ ਸੰਤ ਕਹਿੰਦੇ ਹੁੰਦੇ ਸੀ। ਅੱਜ ਸੰਤਾਂ ਦਾ ਨਾਂ ਲੈਣ ਵਾਲੇ ਨੂੰ ਵੀ ਇਹ ਲੋਕ ਅੱਤਵਾਦੀ ਕਹਿੰਦੇ ਆ। ਇਹ ਏਡੇ ਹੀ ਸ਼ੇਰ ਆ ਸੰਤਾਂ ਨੂੰ ਅੱਤਵਾਦੀ ਕਹਿਣ ਵਾਲੇ। ਤੇ ਇਹਨਾਂ ਨੂੰ ਕਹੋ ਇੱਕ ਜਰਾ ਕੋ ਉਹਨਾਂ ਦੇ ਨਾਂ ਤੇ ਕੋਈ FIR, ਕੋਈ ਪਰਚਾ ਕੱਢ ਕੇ ਦਿਖਾ ਲੈਣ ਜੇ ਮਾਂ ਦਾ ਦੁੱਧ ਪੀਤਾ ਇਹਨਾਂ ਨੇ। ਜਿਸ ਦੇਸ਼ 'ਚ ਰਹਿੰਦੇ ਆ, ਇਸ ਦੇਸ਼ ਦਾ, ਭਾਰਤ ਦਾ ਸੰਵਿਧਾਨ ਵੀ ਇਹ ਗੱਲ ਕਹਿੰਦਾ ਵੀ ਜਿੰਨਾ ਚਿਰ ਕਿਸੇ ਦਾ ਦੋਸ਼ ਕੁਛ ਹੀ ਨਹੀਂ ਕਹਿ ਸਕਦੇ। ਬਕਵਾਸ ਕਰੀ ਜਾਂਦੇ ਆ ਵੀ ਉਹ ਅੱਤਵਾਦੀ ਸਨ, ਉਹ ਅੱਤਵਾਦੀ ਸਨ। ਕਸੂਰ ਸਾਡਾ ਹੀ ਆ। ਝਾੜੂ ਦੀ ਇੱਕ ਤੀਲ ਕੁਛ ਨਹੀਂ ਕਰਦੀ, ਜਦੋਂ ਉਹਨੂੰ ਇਕੱਠਾ ਕਰੋਗੇ ਨਾ ਫਿਰ ਉਹ ਗੰਦ ਸਾਫ਼ ਕਰਦੀ ਆ। ਪਰ ਆਪਾਂ ਇਕੱਠੇ ਨਹੀਂ ਹੋਣਾ। ਮਾਰ ਲਿਆ ਸਾਨੂੰ ਵਡਿਆਈਆਂ। ਤਾਂ ਗੱਲ ਕੋਈ ਕਿਸੇ ਨੇ ਕੀ ਕਰਨੀ। ਇੱਥੇ ਤਾਂ ਜੇ ਕੋਈ ਵੀਡੀਓ ਉਸ ਗੱਲ ਦੇ ਉੱਤੇ ਬਣਾਵੇ, ਉਹ ਵੀਡੀਓ ਨਹੀਂ ਡਰਦੇ ਸ਼ੇਅਰ ਕਰਦੇ ਵੀ ਜੇ ਮੈਂ ਆਪਣੀ ਫੇਸਬੁੱਕ ਤੇ ਸ਼ੇਅਰ ਕਰਤੀ ਤਾਂ ਕਿਤੇ ਮੈਨੂੰ ਨਾ ਕੁਛ ਹੋ ਜਾਏ। ਬੋਲਣਾ ਤਾਂ ਬਹੁਤ ਦੂਰ ਦੀ ਗੱਲ ਆ, ਏਕਾ ਕਰਨਾ ਤੇ ਬੜੀ ਦੂਰ ਦੀ ਗੱਲ ਆ। ਇਹ ਜਿਹੜਾ ਕਹਿੰਦਾ ਸੂਰੀ ਕਿ ਬੀਬੀਆਂ ਭੈਣਾਂ ਸਿੱਖਾਂ ਦੀਆਂ ਇਦਾਂ ਕਰਦੀਆਂ, ਮਗਰ ਉਹਨੂੰ ਫਿਰ ਕੱਢੋ ਬਾਹਰ ਖੱਬੀ ਖਾਂ ਨੂੰ। ਇੱਕ ਵਾਰੀ ਕਵੇ ਸਰਕਾਰ ਲੈ ਲਵੇ ਸਿਕਿਉਰਿਟੀ ਵਾਪਸ। ਕੀ ਗੱਲ ਬਈ ਕੈਪਟਨ ਸਾਹਿਬ, 20-20, 15-15 ਬੰਦੇ ਇਹਨਾਂ ਨੂੰ ਸਿਕਿਉਰਿਟੀ ਇਸ ਕਰਕੇ ਦਿੱਤੀ ਆ ਬਈ ਇਹ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢਣ, ਲਾਈਵ ਹੋ ਕੇ ਮੰਦਾ ਬੋਲਣ। ਏਕਾ ਸਭ ਨੂੰ ਕਰਨਾ ਪੈਣਾ, ਚਾਹੇ ਕੋਈ ਜ਼ਿਮੀਂਦਾਰ, ਚਾਹੇ ਕੋਈ ਰਵਦਾਸੀਆ ਵੀਰ, ਚਾਹੇ ਕੋਈ ਜਿੰਨੇ ਵੀ ਆਪਾਂ ਹੈਗੇ ਆ। ਨਹੀਂ ਤਾਂ ਜਿਹੜੀ ਉਹ 4 ਵਰਨਾਂ ਵਾਲੀ ਸੋਚ ਸੀ ਨਾ, ਅੱਜ ਤੱਕ ਅਸੀਂ ਨਹੀਂ ਕੱਢ ਰਹੇ ਅੰਦਰੋਂ। ਜੁੱਤੀਆਂ ਪੈਂਦੀਆਂ ਹੀ ਰਹਿਣੀਆਂ, ਗੁੱਸਾ ਕਰਨਾ ਕਰੀ ਚੱਲੋ।
ਨਹੀਂ ਮੇਰੀ ਗੱਲ ਚੰਗੀ ਲੱਗਦੀ ਛੱਡੋ ਪੇਜ, ਚੱਲ ਜਾਓ ਬਾਹਰ। ਇਹ ਗੱਲਾਂ ਦਾ ਖਿਆਲ ਰੱਖੋ। ਤੇ ਸਰਕਾਰ ਨੂੰ ਮੈਂ ਬੇਨਤੀ ਕਰਦਾ, ਕੈਪਟਨ ਸਾਹਿਬ ਇਦਾਂ ਦਿਆਂ ਨੂੰ ਸਿਕਿਉਰਿਟੀ ਦੇ ਦੇ ਕੇ ਤੁਸੀਂ ਭੂਏ ਨਾ ਚਾੜੋ। ਧੀਆਂ ਭੈਣਾਂ ਨੂੰ ਗਲਤ ਬੋਲਦੇ ਐ ਤੇ ਤੁਸੀਂ ਆਪਣਾ ਪਿਛੋਕੜ ਦੇਖੋ। ਤੁਸੀਂ ਵੀ ਸਿੱਖਾਂ 'ਚ ਹੀ ਆਉਨੇ ਐ। 6ਵੇਂ ਪਾਤਸ਼ਾਹ ਨੇ ਤੁਹਾਡੇ ਤੇ ਕਿਰਪਾ ਕੀਤੀ ਸੀ, ਰਾਜ ਬਖਸ਼ਿਆ ਸੀ ਤੁਹਾਨੂੰ। ਮਹਾਰਾਜਾ ਘਰਾਣਾ ਤੁਹਾਡਾ ਤਾਂ ਬਣਿਆ। ਤਿੰਨ ਸਾਰੇ ਸਿੱਖਾਂ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਇਹ ਬਕਵਾਸ ਮਾਰੀ ਆ, ਹਜੇ ਵੀ ਸਿਕਿਉਰਿਟੀ ਉਹਦੇ ਕੋਲ ਰਹਿ ਜਾਵੇ। ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ ਸੁਖਵਿੰਦਰ ਸਿੰਘ ਜੀ, ਉਹ ਸਾਰਿਆਂ ਦੀ ਆਪਣੀ ਮਰਜ਼ੀ ਆ। ਇਹ ਹੁੰਦਾ ਸਾਡੇ ਲੋਕ ਪਾਰਟੀ ਦੇਖ ਕੇ ਵੋਟ ਪਾਉਂਦੇ ਆ, ਪਰ ਸਾਡੇ ਲੋਕ ਬੰਦਾ ਦੇਖ ਕੇ ਵੋਟ ਨਹੀਂ ਪਾਉਂਦੇ ਵੀ ਕੰਮ ਵਾਲਾ ਹੈ ਕਿ ਇੱਕ ਲਾਹਣਤੀ ਆ ਕੋਈ। ਸਾਡੇ ਲੋਕ ਪਾਰਟੀਆਂ ਦੇਖ ਕੇ ਬੰਦਾ ਨਹੀਂ ਦੇਖਦੇ। ਬੰਦਾ ਭਾਵੇਂ ਕਿੱਡਾ ਵੀ ਨਿਕੰਮਾ ਹੋਵੇ, ਕਹਿਣਾ ਸਾਡੀ ਫਲਾਨੀ ਪਾਰਟੀ ਦਾ ਹੈ। ਜਿੱਥੇ ਮਰਜ਼ੀ ਵੋਟਾਂ ਪਾਓ, ਮੈਂ ਕਿਸੇ ਪਾਰਟੀ ਵੱਲ ਨਹੀਂ, ਨਾ ਮੈਂ ਕਿਸੇ ਨੂੰ ਗੱਲ ਕਰਦਾ ਵੀ ਇਹਨੂੰ ਪਾਓ ਉਹਨੂੰ ਪਾਓ। ਵੋਟ ਜਿੱਥੇ ਮਰਜ਼ੀ ਪਾਓ, ਪਰ ਬੰਦਾ ਦੇਖ ਕੇ ਪਾਓ, ਬੰਦਾ ਚੰਗਾ ਕਿਹੜਾ ਹੈ। ਬਿਠਾਏ ਵੀ ਆਪਾਂ ਹੀ ਆ, ਜੁੱਤੀਆਂ ਵੀ ਆਪਾਂ ਹੀ ਖਾਣੀਆਂ, ਤੇ ਖਾਈ ਚੱਲੋ ਫਿਰ। ਜੇ ਕੋਈ ਅੱਬਲ ਤਾਂ ਗੁਰੂ ਸਾਹਿਬ ਨੇ ਸਿੱਖਿਆ ਨਹੀਂ ਦਿੱਤੀ ਸਿੱਖਾਂ ਨੂੰ ਕਿ ਕਿਸੇ ਦੀ ਧੀ ਭੈਣ ਬਾਰੇ ਮਾੜਾ ਸ਼ਬਦ ਬੋਲਣਾ। ਸੂਰੀ ਦੀ ਮਾਂ, ਸੂਰੀ ਦੀ ਭੈਣ, ਸੂਰੀ ਦੀ ਧੀ ਸਾਡੀਆਂ ਉਹ ਮਾਵਾਂ ਭੈਣਾਂ ਧੀਆਂ ਨੇ, ਕਿਉਂਕਿ ਸਿੱਖ ਨੂੰ ਮਹਾਰਾਜ ਨੇ ਸਿਧਾਂਤ ਹੀ ਇਹ ਦਿੱਤਾ ਹੈ। ਅਸੀਂ ਨਹੀਂ ਉਹਨਾਂ ਬਾਰੇ ਬੋਲ ਸਕਦੇ। ਇਦਾਂ ਦੇ ਹੁਣ ਕੀ ਕਹੀਏ, ਫਿਰ ਲੋਕ ਕਹਿੰਦੇ ਤੁਸੀਂ ਆਪਣੀ ਬੋਲੀ ਠੀਕ ਰੱਖਿਆ ਕਰੋ। ਇਹ ਇਦਾਂ ਦੇ ਹੀ ਸਿਕਿਉਰਟੀਆਂ ਲੈ ਲੈ ਕੇ ਇਹਨਾਂ ਨੂੰ ਨਸ਼ਾ ਹੋਇਆ ਸਿਕਿਉਰਟੀ ਦਾ। ਤੇ ਮੈਂ ਬੇਨਤੀ ਕਰਦਾ ਕੈਪਟਨ ਸਾਹਿਬ, ਉਹ ਪੁਲਿਸ ਵਾਲੇ ਵੀਰ ਲਈ ਤਾਂ ਬੜੀ ਛੇਤੀ ਐਕਸ਼ਨ ਲਿਆ ਸੀ ਕਮਾਂਡੋ ਨੇ, ਜਾ ਕੇ ਉਹ ਨਿਹੰਗ ਸਿੰਘ ਜਿਹੜੇ ਫੜੇ ਸੀ ਆਪਾਂ। ਹੁਣ ਸੂਰੀ ਨੂੰ ਬਕਵਾਸ ਕੀਤੇ ਨੂੰ ਇੰਨੇ ਦਿਨ ਹੋ ਗਏ, ਹਜੇ ਵੀ ਸਿਕਿਉਰਿਟੀ ਰੱਖੋਗੇ ਉਹਦੇ ਕੋਲ? ਥੋੜਾ ਜਿਹਾ ਡਰ ਪਾਓ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਸਾਹਿਬਾਨਾਂ ਦਾ, ਗੁਰੂ ਦੀਆਂ ਕੁਰਬਾਨੀਆਂ ਦਾ ਹੈਗਾ ਹੈ। ਤਾਂ ਇਦਾਂ ਦਿਆਂ ਤੋਂ ਸਿਕਿਉਰਟੀਆਂ ਲੈ ਕੇ ਪਿੱਛੇ ਕਰੋ ਜਿਹੜੇ ਇਦਾਂ ਦੇ ਲੋਕਾਂ ਦੇ ਵਿੱਚ ਫੁੱਟ ਪਾਉਂਦੇ ਆ, ਬਕਵਾਸ ਕਰਦੇ ਆ। ਜਿਹੜੇ ਸ਼ੇਅਰ ਕਰਨੀ ਹੋਈ ਜ਼ਰੂਰ ਕਰਿਓ ਸਾਰੇ, ਜੇ ਚੰਗੀ ਲੱਗੀ ਗੱਲ, ਨਹੀਂ ਤਾਂ ਤੁਹਾਡੀ ਮਰਜ਼ੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਕਰਤਾਰ ਜੀ। ਗੁਰਪਿਆਰਿਓ, ਅੰਤ ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਅਜਿਹੀਆਂ ਕਤੀੜਾਂ ਨੂੰ ਚੱਕ ਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਦੀਆਂ ਹੋਣ, ਜੋ ਲੋਕਾਂ ਵਿੱਚ ਪਾੜ ਪਾਉਂਦੀਆਂ ਹੋਣ, ਜੋ ਆਪਸੀ ਭਾਈਚਾਰਕ ਸਾਂਝ ਨੂੰ ਮਿਟਾਉਂਦੀਆਂ ਹੋਣ। ਕਿਉਂਕਿ ਸਿਰਫ ਸਿੱਖ ਵੀਰ ਨਹੀਂ ਹੈ ਜੋ ਵਿਦੇਸ਼ਾਂ ਵਿੱਚ ਜਾ ਕੇ ਦਿਨ ਰਾਤ ਮਿਹਨਤ ਕਰਕੇ ਡਾਲਰ ਕਮਾਉਂਦੇ ਨੇ। ਬਹੁਤ ਸਾਰੇ ਹਿੰਦੂ, ਮੁਸਲਮਾਨ, ਬੋਧੀ, ਜੈਨੀ, ਈਸਾਈ ਵੀਰ ਵੀ ਅਜਿਹੇ ਨੇ ਜੋ ਵਿਦੇਸ਼ਾਂ ਵਿੱਚ ਦਿਨ ਰਾਤ ਮਿਹਨਤ ਕਰਦੇ ਨੇ, ਡਾਲਰ ਕਮਾਉਂਦੇ ਨੇ, ਜਿਨ੍ਹਾਂ ਦੇ ਪਰਿਵਾਰ ਭਾਰਤ ਵਿੱਚ, ਪੰਜਾਬ ਵਿੱਚ ਰਹਿ ਰਹੇ ਨੇ। ਤੇ ਇਸ ਬੰਦੇ ਨੇ, ਇਸ ਦੀ ਘਟੀਆ ਮਾਨਸਿਕਤਾ ਨੇ ਉਹਨਾਂ ਸਾਰੇ ਪਰਿਵਾਰਾਂ ਨੂੰ, ਉਹਨਾਂ ਸਾਰੇ ਪਰਿਵਾਰਾਂ ਦੀਆਂ ਬੀਬੀਆਂ ਨੂੰ ਨਿਸ਼ਾਨੇ ਤੇ ਲੈ ਕੇ ਇੰਨੀ ਗੰਦੀ ਤੇ ਘਟੀਆ ਹੱਦ ਦਰਜੇ ਦੀ ਬਕਵਾਸ ਕੀਤੀ ਜਿਸ ਨੂੰ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ। ਹੁਣ ਸਰਕਾਰਾਂ ਨੂੰ ਇਹ ਤੈਅ ਕਰਨਾ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਇਹ ਤੈਅ ਕਰਨਾ ਹੈ ਕਿ ਇਸ ਘਟੀਆ ਆਦਮੀ ਨੂੰ ਕੀ ਸਜ਼ਾ ਦੇਣੀ ਹੈ। ਕਿਉਂਕਿ ਨਿਹੰਗ ਸਿੰਘ ਜਥੇਬੰਦੀਆਂ ਪਹਿਲਾਂ ਹੀ ਬੋਲ ਚੁੱਕੀਆਂ ਨੇ, ਐਲਾਨ ਕਰ ਚੁੱਕੀਆਂ ਨੇ ਕਿ ਜੇਕਰ ਸਰਕਾਰਾਂ ਨੇ ਇਸ ਨੂੰ ਸੋਧਾ ਨਾ ਲਾਇਆ, ਸਜ਼ਾਵਾਂ ਨਾ ਦਿੱਤੀਆਂ, ਤਾਂ ਫਿਰ ਉਹ ਇਹ ਸੇਵਾ ਆਪ ਕਰਨਗੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ